ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ। ਦੁੱਲਾ ਉਦਾਸ ਤੇ ਪਰੇਸ਼ਾਨ ਸੀ। ਇਹ ਪਹਿਲਾ ਮੌਕਾ ਸੀ ਜਦੋਂ ਸਰਦਾਰੋ ਨੇ ਕਿਧਰੇ ਬਾਹਰ ਰਾਤ ਕੱਟੀ ਹੋਵੇ। ਉਹ ਚਿੱਤ ਵਿੱਚ ਗੱਲ ਚਿਤਾਰਦਾ, ਬਾਜ਼ੀਗਰਨੀ ਕਿਧਰੇ ਵੀ ਫਿਰ ਤੁਰ ਆਵੇ, ਆਥਣ ਨੂੰ ਆਪਣੇ ਡੇਰੇ ਆ ਕੇ ਰਾਤ ਕੱਟਦੀ ਹੈ। ਉਹ 2 ਰਾਤਾਂ ਰਹੀ ਤਾਂ ਰਹੀ ਕਿੱਥੇ, ਉਹਨੂੰ ਕੋਈ ਸਮਝ ਨਾ ਆਉਂਦੀ। ਨਾ ਉਹਨੂੰ ਪਹਿਲੀ ਰਾਤ ਨੀਂਦ ਆਈ ਸੀ ਤੇ ਨਾ ਹੁਣ ਪਿਛਲੀ ਰਾਤ। ਉਹ ਆਪਣੀ ਕਰੜ ਬਰੜੀ ਦਾੜੀ ਦੇ ਵਾਲਾਂ ਨੂੰ ਖੁਰਕਦਾ, ਉਹਦੇ ਖਾਨੇ ਕੋਈ ਵੀ ਗੱਲ ਨਾ ਪੈਂਦੀ। ਬਾਜ਼ੀਗਰਾਂ ਦੇ ਡੇਰੇ ਭੀਖੀ ਤੇ ਭਾਈ ਰੂਪੇ ਵੀ ਸਨ, ਜਿੱਥੇ ਉਹਨਾਂ ਦੀਆਂ ਸਕੀਰੀਆਂ ਸਨ। ਹੋ ਸਕਦਾ ਉਹ ਭੀਖੀ ਗਈ ਹੋਵੇ ਜਾਂ ਭਾਈ ਰੂਪੇ ਜਾ ਵੜੀ ਹੋਵੇ। ਕਈ ਦਿਨਾਂ ਤੋਂ ਵੱਟੀ ਰਹਿੰਦੀ ਸੀ। ਤੀਵੀਂ ਦਾ ਕੀ ਵਸਾ, ਉਹਦਾ ਮਨ ਕਦੋਂ ਬਦਲ ਜਾਵੇ। ਇਉਂ ਤਾਂ ਉਹ 20 ਵਾਰੀ ਲੜੇ ਝਗੜੇ ਸਨ, ਪਰ ਉਹਨੇ ਇਉਂ ਕਦੇ ਨਹੀਂ ਕੀਤਾ ਸੀ ਕਿ ਮੁੜ ਕੇ ਆਵੇ ਹੀ ਨਾ। ਗੱਲ ਤਾਂ ਇੰਨੀ ਹੋਈ ਸੀ, ਉਹਨੇ ਸਰਦਾਰੋਂ ਨੂੰ ਖਾਸਾ ਹੀ ਘੂਰ ਦਿੱਤਾ ਸੀ। ਗੱਲ ਘੂਰਨ ਵਾਲੀ ਹੀ ਸੀ। ਮੈਂਗਲ ਨਿੱਤ ਆ ਬਹਿੰਦਾ ਸੀ, ਬਿਨਾਂ ਪੁੱਛਿਓ ਚਾਹ ਧਰ ਲੈਂਦੀ। ਕੰਜਰ ਦਾ ਮਚਲਿਆ ਜੱਟ ਅੱਖਾਂ ਵਿੱਚ ਹੀ ਹੱਸਦਾ, ਆਖੇ ਦੁੱਲਾ ਸਿਆਂ, ਬੋਤੀ ਦੇ ਦੁੱਧ ਦੀ ਚਾਹ ਸਵਾਦ ਬਹੁਤ ਬਣਦੀ ਹੈ। ਮੱਝਾਂ ਗਊਆਂ ਤੇ ਬੱਕਰੀਆਂ ਦੇ ਦੁੱਧਾਂ ਵਿੱਚ ਇਹ ਨਜ਼ਾਰਾ ਕਿੱਥੇ। ਦੁੱਲਾ ਸੋਚਦਾ, ਬੋਤੀ ਦੇ ਦੁੱਧ ਦੀ ਚਾਹ ਕਿਉਂ ਲੱਗਦੀ ਹੈ ਜੱਟ ਨੂੰ ਸਵਾਦ। ਉਹ ਮਨ ਵਿੱਚ ਹੀ ਕੁੜਦਾ। ਅਖੀਰ ਇੱਕ ਦਿਨ ਮੈਂਗਲ ਦੇ ਜਾਣ ਬਾਅਦ ਉਹਨੇ ਸਰਦਾਰੋਂ ਨੂੰ ਸੋਟੀਆਂ ਨਾਲ ਕੁੱਟ ਦਿੱਤਾ। ਮੁੜ ਕੇ ਨਾ ਮੈਂਗਲ ਘਰ ਆਇਆ ਤੇ ਨਾ ਚਾਹ ਬਣੀ। ਸਰਦਾਰੋ ਉਦਣ ਤੋਂ ਹੀ ਘੁੱਟੀ ਵੱਟੀ ਰਹਿਣ ਲੱਗੀ। ਫਿਰ ਇੱਕ ਦਿਨ ਉਹ ਰੋਈ ਵੀ ਸੀ। ਅੱਖਾਂ ਵਿੱਚੋਂ ਖਾਸਾ ਹੀ ਪਾਣੀ ਵਗਾ ਲਿਆ ਸੀ। ਬੋਲੀ ਕੁਝ ਨਹੀਂ, ਅੱਖਾਂ ਦੇ ਡੇਲੇ ਲਾਲ ਸਨ। ਉਹ ਦੁੱਲੇ ਵੱਲ ਝਾਕੀ ਤੇ ਝਾਕਦੀ ਹੀ ਰਹੀ, ਜਿਵੇਂ ਉਹਨੂੰ ਸਰਦਾਰੋ ਨੇ ਬਹੁਤ ਬੁਰਾ ਕੁਝ ਆਖਿਆ ਹੋਵੇ, ਜਿਵੇਂ ਉਹਦੇ ਉੱਤੇ ਕੋਈ ਵੱਡੀ ਲਾਹਨਤ ਪਾਈ ਹੋਵੇ, ਜਿਵੇਂ ਉਹਨੂੰ ਕੁਝ ਪੁੱਛਿਆ ਹੋਵੇ। ਉਹਦੀ ਝਾਕਣੀ ਵਿੱਚ ਕਹਿਰਾਂ ਦੀ ਨਫ਼ਰਤ ਸੀ। ਜਿੱਦਣ ਦੀ ਉਹਨੇ ਸਰਦਾਰੋ ਨੂੰ ਘੂਰ ਕੱਪ ਕੀਤੀ ਸੀ, ਉਹ ਸੰਵਾਰ ਕੇ ਰੋਟੀ ਟੁੱਕ ਦਾ ਨਾ ਕਰਦੀ ਤੇ ਨਾ ਹੀ ਸੰਵਾਰ ਕੇ ਕੁਝ ਖਾਂਦੀ ਪੀਂਦੀ। ਦੁੱਲਾ ਸੋਚਦਾ, ਉਹ ਮੈਂਗਲ ਨਾਲ ਹੀ ਨਾ ਕਿਧਰੇ ਤੁਰ ਗਈ ਹੋਵੇ। ਪਰ ਇਹ ਬੁਰਾ ਖਿਆਲ ਉਹਦੇ ਦਿਮਾਗ ਵਿੱਚ ਬੈਂਦਦੀ ਬੈਂਦ ਆਉਂਦਾ। ਉਹ ਇਉਂ ਨਹੀਂ ਕਰ ਸਕਦੀ। ਇਉਂ ਕਰਕੇ ਉਹ ਜਾਊਗੀ ਕਿੱਥੇ। ਉਹ ਜ਼ਰੂਰ ਭੀਖੀ ਹੋਣੀ ਹੈ। 2-4 ਰਾਤਾਂ ਉਹਨਾਂ ਨਾਲ ਦੁੱਖ ਸੁੱਖ ਕਰਕੇ ਮੁੜ ਆਊਗੀ, ਜਾਂ ਫਿਰ ਭਾਈ ਰੂਪੇ ਗਈ ਹੋਊ। ਤੀਜੀ ਰਾਤ ਵੀ ਦੁੱਲੇ ਨੂੰ ਨੀਂਦ ਨਹੀਂ ਆਈ। ਇਹ ਉਹਦਾ ਤੀਜਾ ਵਿਆਹ ਸੀ। ਪਹਿਲੇ ਵਿਆਹ ਦੀ ਤੀਵੀਂ ਇੱਕ ਮੁੰਡਾ ਛੱਡ ਕੇ ਮਰ ਗਈ ਸੀ। ਉਦੋਂ ਤਾਂ ਦੁੱਲੇ ਦੀ ਉਮਰ ਮਸਾਂ 20 ਸਾਲ ਸੀ। ਬਾਅਦ ਵਿੱਚ ਇਹ ਮੁੰਡਾ ਵੀ ਮਰ ਗਿਆ। ਦੂਜੇ ਵਿਆਹ ਵਿੱਚੋਂ ਉਹਦੇ 4 ਮੁੰਡੇ ਹੋਏ, 2 ਕੁੜੀਆਂ। ਦੂਜੀ ਤੀਵੀਂ ਬੜੀ ਚੰਗੀ ਸੀ, ਬੰਦਿਆਂ ਵਾਂਗ ਕੰਮ ਕਰਦੀ, ਪਰ ਫੇਰ ਬਿਮਾਰ ਰਹਿਣ ਲੱਗੀ। ਦਿਨੋਂ ਦਿਨ ਘਟਦੀ ਤੁਰੀ ਜਾਂਦੀ। ਅਖੀਰ ਉਹ ਵੀ ਮਰ ਗਈ। ਉਸ ਵੇਲੇ ਦੁੱਲੇ ਦੀ ਉਮਰ 50 ਸਾਲ ਹੋ ਚੁੱਕੀ ਸੀ। ਉਹਦੇ ਮਾਂ-ਬਾਪ ਮਰ ਚੁੱਕੇ ਸਨ। ਉਹਨੇ ਵੱਡੇ ਦੋਵੇਂ ਮੁੰਡੇ ਵਿਆਹ ਲਏ ਸਨ। ਕੁੜੀਆਂ ਵੀ ਦੋਵੇਂ ਵਿਆਹ ਦਿੱਤੀਆਂ ਸਨ। ਛੋਟੇ ਦੋਵੇਂ ਮੰਗੇ ਹੋਏ ਸਨ, ਪਰ ਹਾਲੇ ਉਹਨਾਂ ਦਾ ਵਿਆਹ ਨਹੀਂ ਕੀਤਾ ਸੀ। ਜਿੰਨੀ ਦੇਰ ਉਹਦੀ ਘਰਵਾਲੀ ਜਿਉਂਦੀ ਸੀ, ਇਹ ਇਕੱਠ ਨਿਭਦਾ ਰਿਹਾ, ਪਰ ਉਹਦੇ ਮਰਦਿਆਂ ਹੀ ਬਹੂਆਂ ਵਿੱਚ ਕਲੇਸ਼ ਰਹਿਣ ਲੱਗਿਆ। ਉਹ ਊਠਾਂ ਦਾ ਵਪਾਰ ਕਰਦੇ ਸਨ। ਬਾਜ਼ੀ ਦੁੱਲੇ ਦੇ ਬਾਪ ਨੇ ਕਦੇ ਇਸ ਪਿੰਡ ਵਿੱਚ ਪਾਈ ਸੀ ਤੇ ਫੇਰ ਉਹ ਇੱਥੇ ਹੀ ਟਿਕ ਗਿਆ। ਦੁੱਲਾ ਇਸ ਕੰਮ ਵਿੱਚ ਦਿਲਚਸਪੀ ਨਹੀਂ ਲੈਂਦਾ ਸੀ। ਉਹਦੇ ਪਿਓ ਨੇ ਉਹਨੂੰ ਖਵਾਇਆ ਪਿਆਇਆ ਤਾਂ ਪੂਰਾ ਸੀ। ਉਹ ਐਡਾ ਵੱਡਾ ਖੂਬਸੂਰਤ ਜਵਾਨ ਸੀ, ਅੰਨਾ ਜ਼ੋਰ ਦਿਵਾਂ ਵਾਂਗ ਖਾਂਦਾ, ਤੁਰਦਾ ਤਾਂ ਧਰਤੀ ਹਿਲਦੀ, ਉੱਚਾ ਕੱਦ ਭਰਵਾਂ ਸਰੀਰ। ਉਹਦੀ ਦਿਲਚਸਪੀ ਊਠਾਂ ਦੇ ਵਪਾਰ ਵੱਲ ਹੋ ਗਈ। ਪਿਓ ਨੂੰ ਦੁੱਲਾ ਆਖਦਾ ਹੁੰਦਾ, ਇਹ ਕੀ ਗੱਲ ਹੋਈ, ਬਾਂਦਰਾਂ ਵਾਂਗੂ ਪੁੱਠੀਆਂ ਸਿੱਧੀਆਂ ਛਾਲਾਂ ਮਾਰੀ ਜਾਓ ਤੇ ਫਿਰ ਦਾਣੇ ਇਕੱਠੇ ਕਰੋ ਬਈ। ਮੰਗਦਿਆਂ ਵਾਂਗੂ ਊਠਾਂ ਦੇ ਵਪਾਰ ਵਿੱਚ ਉਹਦੇ ਮਾਮੇ ਨੇ ਉਹਨੂੰ ਪਾਇਆ ਸੀ। ਦੁੱਲਾ ਢੋਲ ਵਧੀਆ ਵਜਾਉਂਦਾ। ਇਹ ਢੋਲ ਉਹਦੇ ਪਿਓ ਵਾਲਾ ਹੀ ਸੀ। ਹਾੜੀ ਨੂੰ ਜੱਟਾਂ ਦੇ ਖੇਤਾਂ ਵਿੱਚ ਜਾਂਦਾ, ਜੱਟ ਉਹਨੂੰ ਲਾਂਗਾ ਦਿੰਦੇ। ਨਾਲ ਊਠ ਲੈ ਕੇ ਗਿਆ ਉਹਦਾ ਕੋਈ ਮੁੰਡਾ ਹੁੰਦਾ। ਊਠ ਲੱਦ ਕੇ ਉਹ ਘਰ ਮੁੜਦੇ, ਫਿਰ ਇਕੱਠਾ ਲਾਂਗਾ ਗਾ ਲੈਂਦੇ। ਦਾਣੇ ਖਾਣ ਨੂੰ ਹੋ ਜਾਂਦੇ। ਤੂੜੀ ਤੇ ਛੋਲਿਆਂ ਦਾ ਨੀਰਾ ਊਠਾਂ ਦੇ ਕੰਮ ਆਉਂਦਾ। ਮੂੰਗੀ ਤੇ ਮੋਠਾਂ ਦਾ ਭੋਅ ਵੀ ਇਕੱਠਾ ਕਰਦੇ ਉਹ, ਗੁਆਰੇ ਦਾ ਨੀਰਾ ਵੀ। ਦੁੱਲੇ ਨੂੰ ਲੱਗਦਾ ਸੀ ਜਿਵੇਂ ਉਹਦੀ ਸੇਵਾ ਨਹੀਂ ਹੁੰਦੀ। ਬਹੂਆਂ ਉਹਦਾ ਉਕਰ ਆਦਰ ਘੱਟ ਕਰਦੀਆਂ ਹਨ। ਵੱਡੇ ਮੁੰਡੇ ਸਿੱਧੇ ਮੂੰਹ ਨਹੀਂ ਬੋਲਦੇ। ਉਹ ਜਿਵੇਂ ਹਨੇਰਾ ਢੋ ਰਿਹਾ ਹੋਵੇ। ਤੇ ਫੇਰ ਕੀ ਹੋਇਆ, ਉਹਨੇ ਇੱਕ ਦਿਨ ਸਰਦਾਰੋ ਨੂੰ ਘਰ ਲਿਆ ਬਿਠਾਇਆ। ਸਰਦਾਰੋ ਦੇ ਮਾਪੇ ਅਬੂਹਰ ਬੈਠੇ ਸਨ। ਦੁੱਲੇ ਦੀ ਚੜ੍ਹਤ ਨੂੰ ਉਹ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਦੁੱਲਾ ਊਠਾਂ ਦਾ ਵੱਡਾ ਵਪਾਰੀ ਹੈ। ਉਹ 15 ਊਠਾਂ ਦਾ ਮਾਲਕ ਸੀ। ਅੰਦਰ ਖਾਤੇ ਦੁੱਲੇ ਨੇ ਸਰਦਾਰੋ ਦੇ ਪਿਓ ਨੂੰ ਪੈਸੇ ਦਿੱਤੇ ਸਨ। ਅਬੂਹਰ ਵਾਲੀ ਬਰਾਦਰੀ ਦੀ ਰਜ਼ਾਮੰਦੀ ਨਾਲ ਹੀ ਉਹਨਾਂ ਨੇ ਸਰਦਾਰੋ ਨੂੰ ਦੁੱਲੇ ਨਾਲ ਤੋਰਿਆ ਸੀ। ਉਸ ਵੇਲੇ ਸਰਦਾਰੋ ਸਿਰਫ 20-22 ਸਾਲ ਦੀ ਹੋਵੇਗੀ।
ਦੁੱਲਾ ਉਹਨੂੰ ਖੰਡ ਖੇਡਣੇ ਵਾਂਗ ਸਾਂਭ ਰੱਖਦਾ। ਨੂੰਹਾਂ ਹੱਸਦੀਆਂ ਤੇ ਗੱਲਾਂ ਕਰਦੀਆਂ। ਸਰਦਾਰੋ ਵੱਡੀ ਨੂੰਹ ਤੋਂ ਛੋਟੀ ਸੀ। ਨੂੰਹਾਂ ਝੋਰਾ ਕਰਦੀਆਂ। ਬੁੜੇ ਦੀ ਅਕਲ ਤੇ ਪੜਦਾ ਪੈ ਗਿਆ। ਕੀ ਲੋੜ ਸੀ ਇਹਨੂੰ ਇਸ ਉਮਰ 'ਚ ਨਵੀਂ ਤੀਵੀਂ ਘਰ ਲਿਆ ਕੇ ਬਿਠਾਉਣ ਦੀ। ਸ਼ਰਮ ਲਾਤੀ ਧੌਲ ਦਾੜੀ ਇਹਨੇ। ਵੱਡੇ ਮੁੰਡੇ ਵਿੱਚੋਂ ਵਿੱਚ ਖਿੱਝਦੇ ਇੱਕ ਦਿਨ ਉਹਨਾਂ ਨੇ ਮਸ਼ਵਰਾ ਕੀਤਾ ਕਿ ਦੁੱਲੇ ਨੂੰ ਕਿਹਾ ਕਿ ਉਹ ਉਹਨਾਂ ਨੂੰ 2-2 ਊਠ ਦੇ ਦੇਵੇ। ਉਹ ਇੱਥੇ ਨਹੀਂ ਰਹਿਣਗੇ, ਜਿੱਥੇ ਮਰਜ਼ੀ ਜਾਣ, ਆਪਣਾ ਕਾਰੋਬਾਰ ਆਪ ਕਰਨਗੇ। ਦੁੱਲੇ ਨੇ ਕੋਈ ਨਾਂਹ ਨੁੱਕਰ ਨਹੀਂ ਕੀਤੀ। ਉਹਨੂੰ ਕੀ ਹੇਜ ਸੀ ਨੂੰਹਾਂ ਦਾ। ਮੁੰਡਿਆਂ ਦਾ ਵੀ ਕੋਈ ਸਹਾਰਾ ਨਹੀਂ ਸੀ। ਕੰਮ ਕਰਨ ਵਾਲੇ ਉਹਦੇ ਕੋਲ ਛੋਟੇ 2 ਸਨ। ਵੱਡਿਆਂ ਨੂੰ ਦੁੱਲੇ ਨੇ ਉਛਲ ਦਿੱਤੀ, ਜਿਹੜੇ ਮਰਜ਼ੀ 2-2 ਊਠ ਲੈ ਲਓ, ਸੁਖੀ ਰਹੋ, ਵਸੋ ਰਸੋ, ਮੌਜਾਂ ਕਰੋ, ਮੈਨੂੰ ਕੋਈ ਘਾਟਾ ਨਹੀਂ, ਰੱਬ ਹੋਰ ਦੇਊਗਾ। ਉਹ ਪਿੰਡ ਛੱਡ ਗਏ। ਊਠਾਂ ਉੱਤੇ ਆਪਣਾ ਛਿੱਛ-ਪੱਤ ਲੱਦ ਕੇ ਲੈ ਗਏ, ਜੋ ਵੀ ਪਿਓ ਨੇ ਦਿੱਤਾ ਉਹਨਾਂ ਨੂੰ। ਨੂੰਹਾਂ ਜਾਂਦੀਆਂ ਹੋਈਆਂ ਸਰਦਾਰੋ ਨੂੰ ਕਹਿਣ ਲੱਗੀਆਂ, ਲੈ ਅੰਮਾ ਰਾਣੀ, ਖੁੱਲੀ ਹੋ ਬੈਠ ਹੁਣ। ਬੁੜਾ ਵੀ ਕਰ ਲਿਆ ਆਪਦਾ ਚਿੱਤ ਰਾਜੀ। ਸਰਦਾਰੋ ਕਹਿੰਦੀ, ਮੈਂ ਤਾਂ ਭਾਈ ਤੁਹਾਨੂੰ ਕਦੇ 5-3 ਨਹੀਂ ਆਖੀ। ਤੁਸੀਂ ਜਾਣੋ, ਤੁਹਾਡਾ ਸਹੁਰਾ ਜਾਣੇ। ਸਰਦਾਰੋ ਨੇ ਅੱਖਾਂ ਭਰ ਲਈਆਂ ਸਨ। ਦੋਵੇਂ ਕੁੜੀਆਂ ਕਦੇ ਆਉਂਦੀਆਂ। ਉਹ ਦੂਜੇ ਚੌਥੇ ਮਹੀਨੇ ਹੀ ਗੇੜਾ ਮਾਰਦੀਆਂ। ਆਉਂਦੀਆਂ ਤਾਂ ਉਹਨਾਂ ਦੇ ਘਰ ਵਾਲੇ ਵੀ ਨਾਲ ਹੁੰਦੇ, ਜਵਾਕ ਹੁੰਦੇ। ਉਹ 5-5 7-7 ਦਿਨ ਉੱਥੇ ਹੀ ਰਹਿੰਦੀਆਂ। ਕੁੜੀਆਂ ਆਉਂਦੀਆਂ ਤਾਂ ਸਰਦਾਰੋ ਦਾ ਜੀ ਲੱਗਿਆ ਰਹਿੰਦਾ। ਉਹ ਸਰਦਾਰੋ ਨੂੰ ਮਾਸੀ ਆਖਦੀਆਂ। ਉਹਨੂੰ ਬਹੁਤ ਪਿਆਰ ਕਰਦੀਆਂ। ਆਖਦੀਆਂ, ਬਾਪੂ ਹੋਰ ਕੀ ਕਰਦਾ, ਨੂੰਹਾਂ ਦੇ ਹੱਥਾਂ ਕੰਨੀ ਕਦੋਂ ਤੱਕ ਝਾਕਦਾ ਰਹਿੰਦਾ। ਚੰਗਾ ਕੀਤਾ ਤੈਨੂੰ ਲੈ ਆਇਆ। ਬਾਪੂ ਦੀ ਉਮਰ ਕੰਨੀ ਨਾ ਦੇਖੀ, ਇਹ ਤਾਂ ਉਵੇਂ ਜਿਵੇਂ ਪਿਆ। ਜਵਾਈ ਸਰਦਾਰੋ ਨਾਲ ਹੱਸ ਗੱਲਾਂ ਕਰਦੇ, ਜਿਵੇਂ ਉਹ ਉਹਨਾਂ ਦੀ ਸਾਲੀ ਹੋਵੇ, ਪਰ ਅੱਖ ਮੈਲੀ ਨਾ ਕਰਦੇ। ਸੱਸ ਸਮਝਦੇ। ਸਰਦਾਰੋ ਉਹਨਾਂ ਦੀ ਪੂਰੀ ਸੇਵਾ ਕਰਦੀ। ਜਾਂਦੇ ਤਾਂ ਜਾਣ ਨਾ ਦਿੰਦੀ। ਜਵਾਕਾਂ ਨੂੰ ਲੀੜਾ ਕੱਪੜਾ ਪੂਰਾ ਦਿੰਦੀ। ਕੁੜੀਆਂ ਦੇ ਝੋਲੇ ਭਰ ਕੇ ਤੋਰਦੀ, ਪੈਸੇ ਦਿੰਦੀ। ਕੁੜੀਆਂ ਮਾਸੀ ਨਾਲ ਹੋਰ ਮਿੱਠੀਆਂ ਪਿਆਰੀਆਂ ਬਣ ਕੇ ਰਹਿੰਦੀਆਂ। ਦੁੱਲੇ ਨੂੰ ਲੱਗਦਾ ਉਹਦੇ ਦੋਵੇਂ ਜਵਾਈ ਹੀ ਹੁਣ ਜਿਵੇਂ ਉਹਦੇ ਵੱਡੇ ਮੁੰਡੇ ਹੋਣ। ਉਹ ਉਹਨਾਂ ਨੂੰ ਮੱਤਾਂ ਦਿੰਦਾ ਕਿ ਉਹ ਵਪਾਰ ਵਿੱਚ ਪੈ ਜਾਣ, ਊਠਾਂ ਦਾ ਨਹੀਂ ਤਾਂ ਮੱਝਾਂ ਦਾ ਧੰਦਾ ਹੀ ਕਰਨ। ਬਾਜ਼ੀਗਰਾਂ ਵਾਲੇ ਕੰਮਾਂ ਵਿੱਚ ਕੀ ਪਿਆ ਹੈ। ਹੁਣ ਉਹ ਜ਼ਮਾਨਾ ਨਹੀਂ ਰਿਹਾ। ਆਪਣੀ ਕਾਰ ਕਰਕੇ ਖਾਓ ਭਾਈ। ਫਿਲਮਾਂ ਆ ਗਈਆਂ, ਸਰਕਸਾਂ ਆ ਗਈਆਂ, ਤੁਹਾਡੀਆਂ ਛਾਲਾਂ ਨੂੰ ਕੌਣ ਦੇਖਦਾ ਹੁਣ। ਉਹ ਹੱਸਦਾ, ਛੱਡੋ ਹੁਣ ਜਾਂਗੀਏ ਦਾ ਖਹਿੜਾ। ਸਰਦਾਰੋ ਪਹਿਲੇ ਸਾਲ ਹੀ 3 ਨੰਬਰ ਦੇ ਮੁੰਡੇ ਖੱਡੂ ਨਾਲ ਖਾਸਾ ਖੁੱਲ੍ਹ ਗਈ ਸੀ। ਸਰਦਾਰੋ ਦਾ ਚਿੱਤ ਫੁੱਲ ਵਾਂਗ ਖਿੜਿਆ ਰਹਿੰਦਾ। ਤੁਰਦੀ ਫਿਰਦੀ ਉਹ ਗੀਤ ਗੁਣਗੁਣਾਉਂਦੀ। ਦੁੱਲੇ ਨੂੰ ਤਸੱਲੀ ਸੀ ਕਿ ਉਹ ਕਿੰਨੀ ਖੁਸ਼ ਹੈ। ਉਹਦਾ ਕਿੰਨਾ ਜੀਅ ਲੱਗਿਆ ਹੋਇਆ ਸੀ। ਉਹਨੂੰ ਲੱਗਦਾ ਉਹ ਮੁੜ ਕੇ ਜਵਾਨ ਹੋ ਗਈ ਹੈ। ਉਹਦੇ ਅੰਗਾਂ ਵਿੱਚ ਨਵੀਂ ਫੁਰਤੀ ਉਤਰ ਆਈ। ਉਹ ਸਰਦਾਰੋ ਨਾਲ ਨਵੇਂ ਖਰੀਦੇ ਊਠਾਂ ਦੀਆਂ ਗੱਲਾਂ ਕਰਦਾ। ਉਹਨੇ ਸਰਦਾਰੋ ਨੂੰ ਬੋਤੀਆਂ ਦੀ ਧਾਰ ਕੱਢਣੀ ਸਿਖਾ ਦਿੱਤੀ ਤੇ ਫਿਰ ਸਰਦਾਰੋ ਤੇ ਖੱਡੂ ਰਲ ਕੇ ਬੋਤੀਆਂ ਚੋਂਦੇ। 3 ਬੋਤੀਆਂ ਸਨ। ਉਹ ਤਾਂ ਘੰਟਾ ਲਾ ਦਿੰਦੇ। ਦੁੱਧ ਘੱਟ ਚੋਂਦੇ, ਹੈੜ ਦੰਦ ਬਹੁਤੇ ਕੱਢਦੇ। ਦੁੱਲਾ ਸੁਣਦਾ, ਸਗੋਂ ਖੁਸ਼ ਹੁੰਦਾ ਕਿ ਸਰਦਾਰੋ ਦੀ ਮੁੰਡਿਆਂ ਨਾਲ ਕਿੰਨੀ ਬਣਦੀ ਹੈ। ਛੋਟਾ ਚੰਨੂ ਚੁੱਪ-ਚਾਪ ਰਹਿੰਦਾ। ਉਹ ਗੰਭੀਰ ਸੀ, ਘੱਟ ਬੋਲਦਾ, ਹੱਸਦਾ। ਸਰਦਾਰੋ ਉਹਨੂੰ ਵੀ ਛੇੜਦੀ, ਪਰ ਉਹਦੇ ਨਾਲ ਉਹ ਗੱਲ ਨਹੀਂ ਸੀ। ਬੰਨਿਆਂ ਵਿੱਚ ਉਹ ਊਠ ਲੈ ਕੇ ਜਾਂਦੇ ਤਾਂ ਦੁੱਲਾ ਤੇ ਚੰਨੂ ਹੁੰਦੇ। ਖੱਡੂ ਬਹਾਨਾ ਲਾ ਕੇ ਘਰ ਨੂੰ ਭੱਜ ਆਉਂਦਾ ਸੀ। ਕਦੇ ਉਹਦਾ ਢਿੱਡ ਦੁਖਦਾ, ਕਦੇ ਜੀਅ ਕੱਚਾ ਹੁੰਦਾ। ਆਨੀ ਬਹਾਨੀ ਸਿਰ ਦੁਖਣ ਲਾ ਲੈਂਦਾ। ਦੁੱਲਾ ਉਹਨੂੰ ਗਾਲਾਂ ਕੱਢਦਾ। ਊਠ ਚਾਰਨ ਜੇ ਕਦੇ ਦੁੱਲਾ ਨਾ ਜਾਂਦਾ, ਘਰ ਰਹਿੰਦਾ ਤਾਂ ਖੱਡੂ ਜਾਂਦਾ। ਚੰਨੂ ਉਹ ਤੋਂ ਕੁੱਟ ਖਾ ਕੇ ਚੁੱਪ ਕਰ ਜਾਂਦਾ। ਬਿੰਦ ਦੀ ਬਿੰਦ ਰੋਂਦਾ। ਇੱਕ ਦਿਨ ਉਹਨੇ ਖੱਡੂ ਨੂੰ ਸਰਦਾਰੋ ਨਾਲ ਦੇਖ ਲਿਆ ਸੀ। ਬਸ ਉਹ ਦਿਨ ਮੁੜ ਕੇ ਖੱਡੂ ਨੇ ਚੰਨੂ ਨੂੰ ਕਦੇ ਕੁਝ ਨਹੀਂ ਆਖਿਆ ਸੀ। ਉਹ ਤੋਂ ਡਰਦਾ ਰਹਿੰਦਾ। ਜੇ ਕਦੇ ਮਾੜੀ ਮੋਟੀ ਐਲਤ ਖੱਡੂ ਕਰਦਾ ਵੀ, ਉਹਦੇ ਨਾਲ ਤਾਂ ਇੱਕੋ ਡਰਾਵਾ ਹੁੰਦਾ ਚੰਨੂ ਕੋਲ। ਦੱਸਾਂ ਬਾਪੂ ਨੂੰ। ਹਵੇਲੀ ਦਾ ਆਕਾਰ ਪੂਰੇ ਘੁਮਾਅ ਵਿੱਚ ਫੈਲਿਆ ਹੋਇਆ ਸੀ। ਮੂਹਰੇ ਵੱਡਾ ਦਰਵਾਜ਼ਾ। ਦਰਵਾਜ਼ੇ ਵਿੱਚ ਸੱਜੇ ਹੱਥ ਲੰਮੀ ਖੁਰਲੀ ਤੇ ਖੱਬੇ ਹੱਥ ਬੈਠਕ ਸੀ, ਧੁਰ ਤੋਂ ਧੁਰ ਤੱਕ। ਇਸ ਬੈਠਕ ਵਿੱਚ ਸਰਦਾਰਾਂ ਦਾ ਸਮਾਨ ਸੀ। ਪਤਾ ਨਹੀਂ ਕੀ ਸੀ। ਵਿਹੜੇ ਦੇ ਖੱਬੇ ਹੱਥ 2 ਵੱਡੀਆਂ ਸਬਾਤਾਂ ਸਨ। ਵਿਹੜੇ ਤੋਂ ਅਗਾਂਹ ਲੰਮਾ ਚੌੜਾ ਚੌਗਾਨ ਸੀ, ਜਿਸ ਵਿੱਚ ਨਿੰਮ ਤੇ ਟਾਹਲੀਆਂ ਦੇ ਰੁੱਖ ਸਨ। ਸਿਆਲਾਂ ਵਿੱਚ ਊਠ ਇੱਕ ਸਬਾਤ ਵਿੱਚ ਖੜ੍ਹਦੇ ਜਾਂ ਦਰਵਾਜ਼ੇ ਵਿੱਚ ਖੁਰਲੀ ਉੱਤੇ। ਗਰਮੀਆਂ ਵਿੱਚ ਉਹਨਾਂ ਲਈ ਚੌਗਾਨ ਸੀ। ਸਿਆਲਾਂ ਵਿੱਚ ਮੁੰਡੇ ਰਾਤ ਨੂੰ ਦਰਵਾਜ਼ੇ ਵਿੱਚ ਮੰਜੇ ਡਾਹ ਲੈਂਦੇ ਤੇ ਹਾੜਾਂ ਵਿੱਚ ਚੌਗਾਨ ਬਥੇਰਾ ਸੀ। ਦੁੱਲਾ ਤੇ ਸਰਦਾਰੋ ਕੋਠੇ ਉੱਤੇ ਸੌਂਦੇ। ਸਿਆਲ ਹੁੰਦਾ ਤਾਂ ਚੁਬਾਰੇ ਵਿੱਚ, ਹਾੜ ਹੁੰਦਾ ਤਾਂ ਚੁਬਾਰਿਆਂ ਦੇ ਮੂਹਰੇ। ਬੈਠਕ ਉੱਤੇ 2 ਚੁਬਾਰੇ ਸਨ।
ਮੁੰਡੇ ਅੱਡ ਅੱਡ ਸੌਂਦੇ, ਖੱਡੂ ਕਿਤੇ ਹੁੰਦਾ ਤੇ ਚੰਨੂ ਕਿਤੇ। ਖੱਡੂ ਜਾਣ ਕੇ ਉਹਨੂੰ ਆਪਣੇ ਕੋਲ ਨਹੀਂ ਸੀ ਸੌਣ ਦਿੰਦਾ। ਗਰਮੀਆਂ ਦੇ ਦਿਨ ਸਨ, ਅਸਮਾਨ ਉੱਤੇ ਬੱਦਲ ਸਨ, ਮਿੰਨੀ ਮਿੰਨੀ ਹਵਾ ਵਗਦੀ ਸੀ। ਸਰਦਾਰੋ ਸਦੇਹਾਂ ਜਾਗਦੀ ਹੁੰਦੀ, ਰਾਤ ਦੇ ਰੱਖੇ ਦੁੱਧ ਦੀ ਚਾਹ ਬਣਾਉਂਦੀ, ਮੁੰਡਿਆਂ ਨੂੰ ਉਹਨਾਂ ਦੇ ਮੰਜਿਆਂ ਉੱਤੇ ਹੀ ਚਾਹ ਦੇ ਗਲਾਸ ਫੜਾ ਆਉਂਦੀ, ਗੜਵੀ ਭਰ ਕੇ ਉੱਤੇ ਲਿਆਉਂਦੀ। ਦੁੱਲੇ ਨੂੰ ਬਾਟੀ ਵਿੱਚ ਚਾਹ ਪੀਣ ਦਾ ਸੁਭਾਅ ਸੀ। ਚੌਗਾਨ ਦੇ ਪਰਲੇ ਪਾਸੇ ਖੱਡੂ ਨੂੰ ਚਾਹ ਦੇਣ ਜਾਂਦੀ, ਉਹ ਖਾਸਾ ਚਿਰ ਲਾ ਆਉਂਦੀ। ਸਬਾਤਾਂ ਅੱਗੇ ਪਏ ਚੰਨੂ ਦੇ ਸਿਰਹਾਣੇ ਥੱਲੇ ਗਲਾਸ ਰੱਖਦੀ, ਉਹ ਇੰਨਾ ਹੀ ਆਖਦੀ, ਉੱਠ ਵੇ ਚਾਹ। ਉਸ ਦਿਨ ਸਵੇਰੇ ਉਹ ਸਰਦਾਰੋ ਦੇ ਨਾਲ ਹੀ ਜਾਗ ਉੱਠਿਆ। ਖਾਸਾ ਮੂੰਹ ਹਨੇਰਾ ਸੀ। ਦੁੱਲੇ ਅੰਦਰ ਕੋਈ ਬੇਚੈਨੀ ਸੀ। ਉਹ ਥੱਲੇ ਗਈ ਤਾਂ ਉਹ ਉੱਠ ਕੇ ਬੈਠ ਗਿਆ। ਜੰਗਲੇ ਦੇ ਝਰੋਖੇ ਵਿੱਚ ਚੋਰੀਓਂ ਦੇਖਦਾ ਰਿਹਾ। ਰਸੋਈ ਵਿੱਚ ਅੱਗ ਬਾਲ ਕੇ ਉਹਨੇ ਚਾਹ ਬਣਾਈ। ਪਹਿਲਾਂ ਉੱਧਰ ਖੱਡੂ ਵੱਲ ਤੁਰ ਪਈ। ਖਾਸਾ ਚਿਰ ਲਾ ਕੇ ਆਈ, ਫਿਰ ਦਰਵਾਜ਼ੇ ਵਿੱਚ ਗਈ ਤੇ ਨਾਲ ਦੀ ਨਾਲ ਮੁੜ ਆਈ ਤੇ ਫਿਰ ਗੜਵੀ ਲੈ ਕੇ ਉਤਾਂ ਆ ਗਈ। ਉਦੋਂ ਨੂੰ ਲੋਅ ਲੱਗ ਚੁੱਕੀ ਸੀ। ਮੂੰਹ ਨੂੰ ਮੂੰਹ ਸਾਫ਼ ਦਿਸਦਾ। ਉਹ ਵਾਰ-ਵਾਰ ਆਪਣੀਆਂ ਗੱਲਾਂ ਨੂੰ ਮਲਦੀ, ਜਿਵੇਂ ਸੁੱਤੇ ਪਿਆਂ ਬਾਂਹ ਉੱਤੇ ਕੜਾ ਚੁਭਣ ਦਾ ਨਿਸ਼ਾਨ ਪੈ ਜਾਂਦਾ ਤੇ ਬੰਦਾ ਮਾਸ ਮਲ-ਮਲ ਕੇ ਉਹਨੂੰ ਮਿਟਾਉਣਾ ਚਾਹੁੰਦਾ ਹੋਵੇ। ਦੁੱਲੇ ਨੇ ਆਪਣੀ ਬਾਂਹ ਉੱਤੇ ਦੰਦੀ ਵੱਢੀ ਤੇ ਫਿਰ ਦੰਦਾਂ ਦੇ ਨਿਸ਼ਾਨ ਨੂੰ ਦੂਜੇ ਹੱਥ ਦੇ ਗੂਠੇ ਨਾਲ ਮਲ-ਮਲ ਕੇ ਪੱਧਰ ਕਰਨ ਲੱਗਿਆ। ਸਰਦਾਰੋ ਉਹਨੂੰ ਇੰਝ ਕਰਦਾ ਦੇਖ ਕੇ ਹੱਸ ਪਈ ਸੀ। ਉਹਦੇ ਬੁੱਲ੍ਹਾਂ ਉੱਤੇ ਹਾਸੀ ਸੀ, ਪਰ ਅੱਖਾਂ ਵਿੱਚ ਡਰ ਤੇ ਹੈਰਾਨੀ। ਆਖਣ ਲੱਗੀ, ਇਹ ਕੀ ਕਮਲਵਾ ਘੋਟੀ ਜਾਨੈ, ਤੜਕੀ ਤੜਕੇ। ਤੜਕੀ ਤੜਕੇ ਕਹਿ ਕੇ ਉਹ ਵੀ ਹੱਸਿਆ। ਅਗਲੀ ਸਵੇਰ ਜਦੋਂ ਉਹ ਉੱਠੀ, ਉਹ ਜਾਗੋ ਮਿੱਟੀ ਵਿੱਚ ਪਿਆ ਸੀ। ਉੱਠਿਆ ਤੇ ਕੱਲ੍ਹ ਵਾਂਗ ਜੰਗਲੇ ਦੇ ਝਰੋਖੇ ਨਾਲ ਲੱਗ ਕੇ ਬੈਠ ਗਿਆ। ਚਾਹ ਦਾ ਗਲਾਸ ਲੈ ਕੇ ਉਹ ਚੌਗਾਨ ਵੱਲ ਜਾਣ ਲੱਗੀ ਤਾਂ ਉਹ ਦਬਾ ਸੱਟ ਪਰ ਹੌਲੀ-ਹੌਲੀ ਪੌੜੀਆਂ ਉਤਰ ਕੇ ਉਹਦੇ ਮਗਰ ਹੋ ਤੁਰਿਆ। ਮੋਟੀ ਟਾਹਲੀ ਦੀ ਓਟ ਵਿੱਚ ਖੜ ਕੇ ਉਹ ਚੋਰ ਅੱਖ ਨਾਲ ਉਹਨਾਂ ਨੂੰ ਦੇਖਦਾ ਰਿਹਾ, ਜਿਵੇਂ ਉਹਦਾ ਕਾਲਜਾ ਢੇਰੀ ਹੋ ਰਿਹਾ ਹੋਵੇ। ਉਹ ਛੇਤੀ ਦੇ ਕੇ ਆ ਕੇ ਪੌੜੀਆਂ ਚੜ੍ਹਿਆ ਤੇ ਮੰਜੇ ਉੱਤੇ ਪੈ ਗਿਆ, ਜਿਵੇਂ ਕੁਝ ਦੇਖਿਆ ਹੀ ਨਾ ਹੋਵੇ। ਕੁਝ ਚਿਰ ਬਾਅਦ ਉਹ ਤਾਂ ਆਈ। ਉਹਦੇ ਬੋਲਾਂ ਵਿੱਚ ਉਹੀ ਬਰਕਤ ਸੀ, ਉਹੀ ਹਾਸਾ, ਉਹੀ ਚਾਹ। ਉਸ ਸਵੇਰ ਦੁੱਲੇ ਨੇ ਚਾਹ ਨਹੀਂ ਪੀਤੀ। ਆਖਦਾ ਸੀ, ਉੱਪਰ ਛਲ ਆਉਣ ਵਰਗਾ ਚਿੱਤ ਹੋਇਆ ਪਿਆ, ਮੈਨੂੰ ਬੁਲਾ ਨਾ, ਟਿਕ ਕੇ ਪਿਆ ਰਹਿਣ ਦੇ। ਸਰਦਾਰੋ ਨੇ ਆਪਣੀ ਚਾਹ ਪੀਤੀ ਤੇ ਬਾਕੀ ਬਚਦੀ ਲੈ ਕੇ ਥੱਲੇ ਉਤਰ ਗਈ। ਕੰਮ ਧੰਦਿਆਂ ਵਿੱਚ ਪੈ ਗਈ। ਦੁੱਲਾ ਖਾਸਾ ਦਿਨ ਚੜ੍ਹੇ ਉੱਠਿਆ। ਦੁੱਲਾ ਉਸੇ ਦਿਨ ਤੋਂ ਬੁਝਿਆ ਬੁਝਿਆ ਰਹਿੰਦਾ, ਮੂੰਹ ਵਿੱਚ ਟੁੱਕ ਦੀ ਬੁਰਕੀ ਪਾਉਂਦਾ, ਜਿਵੇਂ ਬਾਹਰ ਨੂੰ ਆਉਂਦੀ ਹੋਵੇ। ਉਹਦੀ ਖੁਰਾਕ ਘਟ ਚੁੱਕੀ ਸੀ। ਚਾਹ ਦਾ ਸਵਾਦ ਬਕ-ਬਕਾ ਹੋ ਗਿਆ, ਪਾਣੀ ਕੌੜਾ ਲੱਗਦਾ। ਖੱਡੂ ਨੂੰ ਉਹ ਕੀ ਆਖਦਾ, ਉਹਦੇ ਵੱਲ ਝਾਕਦਾ ਵੀ ਨਾ। ਸਰਦਾਰੋ ਵੱਲ ਝਾਕਦਿਆਂ ਉਹਦੀਆਂ ਅੱਖਾਂ ਵਿੱਚ ਲਾਲੀ ਉਤਰ ਆਉਂਦੀ। ਗੱਲ ਛੇੜਨ ਦਾ ਉਹ ਕੋਈ ਬਹਾਨਾ ਭਾਲਦਾ ਸੀ। 4 ਦਿਨ ਬੀਤ ਚੁੱਕੇ ਸਨ। ਚਾਰੇ ਦਿਨ ਜਿਵੇਂ ਉਹਦੀਆਂ ਹੱਡੀਆਂ ਨੂੰ ਚੀਰ ਕੇ ਲੰਘੇ ਹੋਣ। ਉਸ ਦਿਨ ਦੋਵੇਂ ਮੁੰਡੇ ਊਠ ਲੈ ਕੇ ਬੰਨੇ ਵੱਲ ਨਿਕਲੇ ਹੋਏ ਸਨ। ਦੁਪਹਿਰ ਢਲ ਚੁੱਕੀ ਸੀ। ਸਰਦਾਰੋ ਨੇ ਚਾਹ ਬਣਾਈ, ਬਾਟੀ ਲੈ ਕੇ ਉਹਦੇ ਮੰਜੇ ਕੋਲ ਆ ਖੜੀ। ਉਹ ਰਸੋਈ ਅੱਗੇ ਨਿੰਮ ਦੀ ਛਾਂ ਥੱਲੇ ਮੰਜੇ ਉੱਤੇ ਪਿਆ ਸੀ। ਥੱਲੇ ਰੱਖ ਦੇ, ਆਪੇ ਚੱਕ ਲੂੰਗਾ ਮੈਂ। ਉਹਦੀ ਆਵਾਜ਼ ਜਿਵੇਂ ਖੂਹ ਵਿੱਚੋਂ ਆਈ ਹੋਵੇ। ਭਰੀ ਬਾਟੀ ਸਰਦਾਰੋ ਨੇ ਉਹਦੇ ਪਾਵੇ ਕੋਲ ਟਿਕਾ ਦਿੱਤੀ। ਉਹ ਉੱਠਿਆ ਨਹੀਂ, ਜਿਵੇਂ ਚਾਹ ਰੱਖੀ ਦਾ ਉਹਨੂੰ ਪਤਾ ਹੀ ਨਾ ਹੋਵੇ। ਚਾਹ ਪਾਣੀ ਬਣ ਗਈ। ਸਰਦਾਰੋ ਦੂਰੋਂ ਚੀਕੀ। ਸਰਦਾਰੋ ਦਾ ਬੋਲ ਉਹਦੇ ਮੱਥੇ ਵਿੱਚ ਵੱਜਿਆ, ਜਿਵੇਂ ਉਹਦੇ ਦਿਮਾਗ ਵਿੱਚ ਅਚਾਨਕ ਕੋਈ ਖੜਕਾ ਹੋਇਆ ਹੋਵੇ। ਫਿਰ ਉਹ ਆਪ ਉੱਠ ਕੇ ਉਹਦੇ ਕੋਲ ਆਈ ਤੇ ਚਾਹ ਦੀ ਬਾਟੀ ਉਹਨੂੰ ਫੜਾਉਣ ਲੱਗੀ। ਦੁੱਲੇ ਦੇ ਹੱਥਾਂ ਵਿੱਚ ਜਾਨ ਨਹੀਂ ਸੀ। ਬਾਟੀ ਥੱਲੇ ਡਿੱਗ ਪਈ। ਚਾਹ ਡੁੱਲ ਗਈ। ਦੁੱਲਾ ਭੜਕ ਪਿਆ, ਬੁੜਕਿਆ, ਕੁੱਤੀ ਹਰਾਮਜ਼ਾਦੀ, ਕਿੱਧਰ ਨਿਗਾਹ ਏ ਤੇਰੀ? ਨਿਗਾਹ ਤੇਰੇ ਕੰਨੀ ਹੈ, ਜਿਹੜਾ ਸਹੇੜਤਾ ਮਾਪਿਆਂ ਨੇ। ਹੋਰ ਕਿੱਧਰ ਹੈ ਨਿਗਾਹ ਮੇਰੀ? ਉਹਨੇ ਵੀ ਤਿੱਖਾ ਬੋਲ ਕੱਢਿਆ। ਨਹੀਂ ਚੰਗਾ ਲੱਗਦਾ, ਉੱਠ ਜਾ ਇੱਥੋਂ, ਕੋਈ ਹੋਰ ਸਹੇੜ ਦੇਣਗੇ। ਹੁਣ ਕਿੱਧਰ ਜਾਵਾਂ ਮੈਂ? ਜ਼ਿੰਦਗੀ ਤਾਂ ਤੇਰੇ ਘਰ ਗਾਲਤੀ, ਲਾਤੀ ਲੜ ਮੌਲੇ ਬਲਦ ਦੇ। ਦੱਸਾਂ ਤੈਨੂੰ, ਆਵਾਂ? ਦੁੱਲਾ ਜੁੱਤੀ ਚੁੱਕ ਕੇ ਖੜਾ ਹੋ ਗਿਆ। ਆ ਜਾ, ਕੀ ਕਰ ਲੇਂਗਾ ਤੂੰ ਮੇਰਾ? ਭੈਣ ਦਾ ਜ਼ਾਰ ਕੁੱਤਾ ਨਾ ਹੋਵੇ, ਤੜੀਆਂ ਦਿਖਾਉਂਦਾ। ਦੁੱਲੇ ਦੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ। ਉਹਨੇ ਪੀੜੀ ਉੱਤੇ ਬੈਠੀ ਸਰਦਾਰੋ ਨੂੰ ਜੁੱਤੀਆਂ ਨਾਲ ਧੇ ਕੁੱਟ ਸੁੱਟਿਆ। ਗੋਡਾ ਉਹਦੀ ਢੂਹੀ ਵਿੱਚ ਮਾਰਿਆ। ਸਰਦਾਰੋ ਦੀਆਂ ਚੀਕਾਂ ਨਿਕਲ ਗਈਆਂ, ਜਿਵੇਂ ਉਹਦਾ ਅੰਦਰ ਹਿੱਲ ਗਿਆ ਹੋਵੇ। ਫਿਰ ਉਹ ਹਬਕੀ ਰੋਣ ਲੱਗੀ। ਬਥੇਰਾ ਹਰਾ ਚਰਦੀ ਹੈ, ਮੈਨੂੰ ਮੌਲਾ ਬਲਦ ਦੱਸਦੀ ਹੈ। ਦੁੱਲੇ ਨੇ ਮੰਜੇ ਉੱਤੇ ਪੈਂਦਿਆਂ ਮਾਧਮ ਜਿਹਾ ਬੋਲ ਕੱਢਿਆ। ਕੀ? ਸਰਦਾਰੋ ਦੇ ਕੰਨ ਦੁੱਲੇ ਵੱਲ ਹੋ ਗਏ। ਅਜੇ ਕੀ? ਮੈਂ ਆਪ ਦੇਖਿਆ। ਖੇ ਖਾਨੀ ਹੈ ਮੁੰਡੇ ਨਾਲ, ਹੋਰ ਤੜਕੇ ਤੜਕੇ ਕਿਹੜੀ ਚਾਹ ਦੇਣ ਜਾਨੀ ਹੈ ਉਹਨੂੰ? ਦੁੱਲੇ ਦੇ ਬੋਲਾਂ ਵਿੱਚ ਕਰੜਾਈ ਸੀ। ਕੰਜਰਾ, ਦੂਸ਼ਣ ਲਾਉਣਾ ਮੇਰੇ ਤੇ? ਕੀੜੇ ਨਹੀਂ ਪੈਣਗੇ ਤੇਰੇ? ਸਰਦਾਰੋ ਬਦਹਵਾਸ ਹੋ ਗਈ।
ਕੀੜੇ ਤੇਰੇ ਪੈਣਗੇ ਕੁੱਤੀ ਰੰਨ ਦੇ। ਨਿੱਤ ਝੂੰਡਦੀ ਐ ਮੁੰਡੇ ਨੂੰ, ਉੱਥੇ ਮਾਪਿਆਂ ਕੋਲ ਵੀ ਕੀ ਪਤਾ ਕੀ ਕਰਦੀ ਆਈ ਐ, ਤਾਂ ਹੀ ਜਵਾਕ ਨਹੀਂ ਹੁੰਦਾ ਨਾ ਤੇਰੇ। ਦੁੱਲੇ ਦੇ ਉੱਚੇ ਬੋਲਾਂ ਨੇ ਸਰਦਾਰੂ ਦਾ ਕਾਲਜਾ ਵਹਿਨ ਦਿੱਤਾ। ਉਹ ਉੱਠੀ ਤੇ ਦੁੱਲੇ ਦੀ ਦਾੜੀ ਨੂੰ ਜਾ ਚਿੰਬੜੀ, ਕਹਿੰਦੀ, ਹੋਰ ਦੱਸ ਕਿਹੜੇ ਕਿਹੜੇ ਕੁਫਰ ਤੋਲੇਂਗਾ, ਕੁੱਤੇ ਦਿਆ ਪੀਆ। ਦੁੱਲੇ ਨੇ ਉਹਨੂੰ ਧੱਕਾ ਦੇ ਕੇ ਪਰੇ ਸੁੱਟ ਦਿੱਤਾ। ਮੰਜੇ ਕੋਲ ਪਈ ਉਹਦੇ ਹੱਥ ਵਿੱਚ ਬੇਰੀ ਦੀ ਸੋਟੀ ਆ ਗਈ। ਉਹਨੇ ਸਰਦਾਰੂ ਦਾ ਪੋਰ ਭੰਨ ਦਿੱਤਾ, ਜਿਵੇਂ ਕੋਈ ਪਾਂਡੂ ਦੇ ਡਲਿਆਂ ਨੂੰ ਕੁੱਟਦਾ ਹੋਵੇ। ਉਹ ਥੱਲੇ ਪਈ ਬੱਕੜਵਾ ਮਾਰੀ ਜਾ ਰਹੀ ਸੀ, ਆਖ ਰਹੀ ਸੀ, ਹੋਰ ਮਾਰ ਲੈ ਜਿੰਨਾ ਮਾਰਨਾ, ਜਾਨੋਂ ਮਾਰ ਸੈੱਟ ਮੈਨੂੰ, ਗੰਡਾਸਾ ਲਿਆ, ਗਲ ਕਿਉਂ ਨਹੀਂ ਵੱਢ ਦਿੰਦਾ ਮੇਰਾ। ਫੇਰ ਬੋਲੀ, ਜਾ ਹੈਗੀ ਆ ਮੈਂ ਖੱਡੂ ਨਾਲ, ਲਾ ਲੈ ਜ਼ੋਰ। ਉਹਨੇ ਆਪਣੀ ਹਿੱਕ ਉੱਤੇ ਹੱਥ ਮਾਰਿਆ, ਜਾ ਕਰ ਲੈ ਜੋ ਹੁੰਦਾ। ਦੁੱਲਿਆ ਮੈਂ ਤੇਰੀ ਰੰਨ ਨਹੀਂ, ਖੱਡੂ ਦੀ ਰੰਨ ਆ। ਉਹ ਨਿਤਾਕਤਾ ਦੇ ਹੋ ਕੇ ਮੰਜੇ ਉੱਤੇ ਬੈਠ ਗਿਆ। ਸਰਦਾਰੋ ਨੂੰ ਇੰਨਾ ਕੁੱਟ ਕੇ ਜਿਵੇਂ ਉਹਦੇ ਹੱਥਾਂ ਪੈਰਾਂ ਵਿੱਚੋਂ ਜਾਨ ਨਿਕਲ ਗਈ ਹੋਵੇ। ਉਹਦੇ ਮੂੰਹ ਵਿੱਚ ਬੋਲ ਵੀ ਕੋਈ ਨਹੀਂ ਸੀ। ਹੁਣ ਸਰਦਾਰੋ ਰੋ ਰਹੀ ਸੀ। ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਤੇ ਵਿਰਲਾਪ ਕਰਦੀ, ਮਾਂ ਨੂੰ ਗਾਲਾਂ ਕੱਢਦੀ, ਉਹਨਾਂ ਦੇ ਪੁੱਤ ਪਿੱਟਦੀ ਜਿਨ੍ਹਾਂ ਨੇ ਉਹਦੇ ਪਿਓ ਦੀ ਉਮਰ ਦੇ ਬੰਦੇ ਮਗਰ ਉਹਨੂੰ ਤੋੜ ਦਿੱਤਾ ਸੀ। ਫਿਰ ਉਹ ਆਪਣੇ ਆਪ ਨੂੰ ਕੋਸਣ ਲੱਗੀ, ਰੱਬ ਨੂੰ ਕੋਸਣ ਲੱਗੀ। ਰੱਬ ਨੇ ਉਹਨੂੰ ਜਵਾਨੀ ਕਿਉਂ ਦਿੱਤੀ? ਉਹਦੇ ਉੱਤੇ ਜਵਾਨੀ ਆਉਂਦੀ ਹੀ ਨਾ, ਉਹਦੇ ਕਰਮ। ਫਿਰ ਜਿਵੇਂ ਆਪਣੇ ਆਪ ਨੂੰ ਆਖ ਰਹੀ ਹੋਵੇ, ਚੰਦਰੇ ਦਿਲ ਦਾ ਕੀ ਲਾਜ ਬਣਾਵਾਂ ਮੈਂ, ਹਾਏ ਪਾਣੀ ਦਾ ਰੋੜ ਹੈ, ਨੀਵੇਂ ਥਾਂ ਨੂੰ ਵਗ ਤੁਰਿਆ। ਖੱਡੂ ਉਸ ਦਿਨ ਆਥਣ ਨੂੰ ਹਵੇਲੀ ਵਿੱਚ ਨਹੀਂ ਆਇਆ। ਪਤਾ ਨਹੀਂ ਕਿੱਥੇ ਸੀ, ਪਿੰਡ ਵਿੱਚ ਹੀ ਕਿਧਰੇ ਸੀ ਜਾਂ ਪਤਾ ਨਹੀਂ ਕਿੱਧਰ ਚਲਿਆ ਗਿਆ। ਚੰਨੂ ਊਠ ਲੈ ਕੇ ਮੁੜਿਆ ਤਾਂ ਦੁੱਲਾ ਚੁਬਾਰੇ ਵਿੱਚ ਸੀ ਤੇ ਸਰਦਾਰੋ ਉਵੇਂ ਜਿਵੇਂ ਵਿਹੜੇ ਦੀ ਨਿੰਮ ਥੱਲੇ ਮੂਧੇ ਮੂੰਹ ਪਈ ਹੋਈ ਸੀ, ਨਾ ਹਿਲਦੀ ਨਾ ਬੋਲਦੀ। ਚੰਨੂ ਨੇ ਊਠ ਦੀਆਂ ਮੁਹਾਰਾਂ ਖੋਲ੍ਹੀਆਂ ਤੇ ਉਹਨਾਂ ਦੇ ਪੈਰਾਂ ਵਿੱਚ ਨਿਊਲ ਲਾ ਦਿੱਤੇ। ਫਿਰ ਸਰਦਾਰੋ ਕੋਲ ਆ ਕੇ ਉਸਨੇ ਆਖਿਆ, ਮਾਸੀ ਉਹ ਪੱਬ ਮਾਰ ਕੇ ਬੈਠੀ ਹੋ ਗਈ। ਚੰਨੂ ਨੇ ਉਹਨੂੰ ਪਾਣੀ ਲਿਆ ਕੇ ਦਿੱਤਾ। ਪਾਣੀ ਉਹਨੇ ਪੀ ਲਿਆ। ਬੋਲੀ, ਜਿਉਂਦਾ ਰਹਿ ਭਾਈ ਵੇ। ਫਿਰ ਪੁੱਛਿਆ, ਉਹ ਕਿੱਥੇ ਹੈ ਖੱਡੂ, ਮੇਰੀ ਜਾਨ ਦਾ ਵੈਰੀ? ਚੰਨੂ ਬੋਲਿਆ ਨਹੀਂ। ਹਨੇਰਾ ਹੋਇਆ ਤਾਂ ਚੰਨੂ ਨੇ ਲਾਲਟੈਨ ਡੰਗ ਲਈ। ਉੱਤੇ ਜਾ ਕੇ ਬਾਪੂ ਨੂੰ ਦੇਖ ਆਇਆ। ਚੰਨੂ ਸਭ ਸਮਝ ਗਿਆ। ਉਹਨੂੰ ਤਾਂ ਕਿੱਦਣ ਦਾ ਪਤਾ ਸੀ ਕਿ ਇਹ ਗੱਲ ਇੱਕ ਦਿਨ ਕਦੇ ਬਾਹਰ ਆਏਗੀ। ਚੰਨੂ ਨੇ ਧੋਤੀ ਮੂੰਗੀ ਦੀ ਦਾਲ ਬਣਾਈ ਤੇ ਆਟਾ ਗੁੰਨ ਕੇ ਰੋਟੀਆਂ ਪਕਾ ਲਈਆਂ। ਥਾਲੀ ਵਿੱਚ ਰੋਟੀਆਂ ਧਰ ਕੇ ਤੇ ਦਾਲ ਦੀ ਕੌਲੀ ਨਾਲ ਗੰਢਾ ਰੱਖ ਕੇ ਉਹ ਚੁਬਾਰੇ ਵਿੱਚ ਗਿਆ ਤੇ ਆਖਿਆ, ਬਾਪੂ ਲੈ ਫੜ ਰੋਟੀ ਖਾ ਲੈ। ਦੁੱਲਾ ਚੁੱਪ ਕੀਤਾ ਹੀ ਰੋਟੀ ਖਾਣ ਲੱਗਿਆ। ਰੋਟੀ ਖਾਂਦਾ ਵੀ ਉਹ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ। ਉਹਦੀ ਨਿਗਾਹ ਦੂਰ ਕਿਤੇ ਸੀ, ਜਿਵੇਂ ਕੋਈ ਹੋਰ ਰੋਟੀ ਖਾ ਰਿਹਾ ਹੋਵੇ। ਉਹ 2 ਰੋਟੀਆਂ ਹੀ ਖਾ ਸਕਿਆ। ਪਾਣੀ ਪੀਤਾ ਤੇ ਮੰਜਾ ਬਾਹਰ ਕੱਢ ਕੇ ਪੈ ਗਿਆ। ਭਾਂਡੇ ਚੁੱਕਣ ਚੰਨੂ ਆਇਆ ਤਾਂ ਉਹਨੇ ਪੁੱਛਿਆ, ਖੱਡੂ? ਉਹ ਤਾਂ ਸੈਂਤ ਉਹਨਾਂ ਕੋਲ ਉੱਠ ਗਿਆ। ਕਿਹਨਾਂ ਕੋਲ? ਵੱਡਿਆਂ ਕੋਲ। ਦੁੱਲਾ ਸਮਝ ਗਿਆ। ਫਿਰ ਪੁੱਛਿਆ, ਤੇਰੀ ਮਾਸੀ ਨੇ ਖਾ ਲਈ ਰੋਟੀ? ਨਾ, ਦਿਨਾ ਹੁਣ ਜਾ ਕੇ। ਕੁਛ ਬੋਲਦੀ ਜੀ ਨਹੀਂ। ਆਖ ਵੇਖ ਕੇ ਰੋਟੀ ਖਵਾ ਦੇ ਭਾਈ, ਉਹਨੂੰ ਕੀ ਹੋ ਸਕਦਾ ਹੁਣ, ਫਿਰ ਵੀ ਰੱਬ ਦਾ ਜੀ ਹੈ। ਦੁੱਲੇ ਦੇ ਮਨ ਵਿੱਚ ਸਰਦਾਰੋ ਸੰਬੰਧੀ ਜਿਵੇਂ ਕੋਈ ਤਰਸ ਜਾਗ ਪਿਆ ਹੋਵੇ। ਰੋਟੀ ਤਾਂ ਕੋਈ ਨਹੀਂ ਬਾਪੂ, ਖਵਾ ਦਿੰਨਾ ਮੈਂ, ਬੋਤੀਆਂ ਵੀ ਚੋਲੀ, ਫੇਰ ਸਭ ਕਰ ਲੂੰ ਮੈਂ ਆਪੇ। ਭਾਂਡੇ ਲੈ ਕੇ ਚੰਨੂ ਥੱਲੇ ਉਤਰ ਗਿਆ। ਮਿਹਨਤਾਂ ਕਰਕੇ ਉਹਨੇ ਸਰਦਾਰੋ ਨੂੰ ਦਾਲ ਨਾਲ ਇੱਕ ਰੋਟੀ ਖਵਾ ਦਿੱਤੀ। ਬੁਰਕੀ ਉਹਦੇ ਮਸਾਂ ਹੀ ਸੰਗੋਂ ਥੱਲੇ ਉਤਰਦੀ ਸੀ। ਲਾਲਟੈਨ ਦੇ ਚਾਨਣ ਵਿੱਚ ਉਹਨੇ ਦੇਖਿਆ, ਉਹਦੇ ਮੱਥੇ ਉੱਤੇ ਇੱਕ ਵੱਡਾ ਗਮੋੜਾ ਸੀ। ਹੱਥਾਂ ਦੀਆਂ ਉਂਗਲਾਂ ਸੁੱਜੀਆਂ ਹੋਈਆਂ ਸਨ। ਉਹ ਮਸਾਂ ਹੀ ਰੋਟੀ ਦੀ ਬੁਰਕੀ ਤੋੜਦੀ, ਮਸਾਂ ਹੀ ਬੁਰਕੀ ਦਾਲ ਨਾਲ ਲਬੇੜਦੀ ਤੇ ਮੂੰਹ ਵਿੱਚ ਪਾਉਂਦੀ। ਬੁਰਕੀ ਚਿੱਥਦੀ ਜਿਵੇਂ ਉਹਦੇ ਦੰਦ ਦੁਖਦੇ ਹੋਣ। ਹਰ ਬੁਰਕੀ ਪਿੱਛੋਂ ਪਾਣੀ ਦੀ ਘੁੱਟ ਭਰਦੀ। ਰੋਟੀ ਖਾ ਕੇ ਉਹ ਖੜੀ ਹੋਈ ਤਾਂ ਤੁਰਨ ਲੱਗੀ ਡਿੱਗ ਪਈ। ਚੰਨੂ ਨੇ ਉਸਨੂੰ ਸਹਾਰਾ ਦਿੱਤਾ ਤੇ ਮੰਜੇ ਉੱਤੇ ਪਾ ਦਿੱਤਾ। ਕਰੋੜੇ ਹੀ ਪਈ ਉਹ ਕਰਾ ਕੇ ਬੋਲੀ, ਚੁੱਲ੍ਹੇ ਦੀ ਅੱਗ 'ਚ ਰੋੜਾ ਸੈੱਟਦੀ ਚੰਨੂ ਇੱਕ। ਰੋਟੀ ਖਾਂਦਾ ਉਹ ਸਮਝ ਗਿਆ ਕਿ ਬਾਪੂ ਤੋਂ ਅੱਜ ਕੁਝ ਜ਼ਿਆਦਾ ਹੀ ਸੱਟਾਂ ਲੱਗ ਗਈਆਂ ਹਨ। ਪਹਿਲਾਂ ਉਹਨੇ ਭਾਂਡੇ ਮਾਂਜੇ, ਫਿਰ ਬੋਤੀਆਂ ਦਾ ਦੁੱਧ ਤੱਤਾ ਕੀਤਾ ਤੇ ਫਿਰ ਚੁੱਲ੍ਹੇ ਵਿੱਚੋਂ ਰੋੜਾ ਕੱਢ ਕੇ ਪਾਣੀ ਵਿੱਚ ਪਾ ਲਿਆ। ਪੂਣੇ ਵਿੱਚ ਰੋੜਾ ਵਲੇਟ ਕੇ ਉਹ ਸਰਦਾਰੋ ਦੇ ਮੰਜੇ ਉੱਤੇ ਆ ਬੈਠਾ। ਪੁੱਛਣ ਲੱਗਿਆ, ਮਾਸੀ ਕਿੱਥੇ ਕਿੱਥੇ ਦੇਵਾਂ ਸੇਕ, ਸੂਤ ਹੋ ਕੇ ਪੈ। ਉਹਨੇ ਫਿਰ ਭੁੱਬ ਕੱਢੀ, ਵੇ ਭਾਈ ਕੋਈ ਥਾਂ ਛੱਡਿਆ ਹੋਵੇ ਤਾਂ ਦੱਸਾਂ, ਸਾਰੇ ਹੀ ਦੇ ਸੇਕ। ਇੱਟ ਬਹੁਤੀ ਗਰਮ ਤਾਂ ਨਹੀਂ? ਨਹੀਂ ਮਾਸੀ, ਐਨੀ ਤੱਤੀ ਨਹੀਂ, ਤੂੰ ਪਹਿਲਾਂ ਮੋਦੀ ਪੈ। ਪਹਿਲਾਂ ਉਹਨੇ ਮੋਢੇ ਸੇਕੇ, ਫਿਰ ਸਾਰੀ ਟੂਹੀ,
ਚੂਲੇ, ਪੱਟ, ਫਿਰ ਪਿੰਜਣੀਆਂ, ਡੋਲਿਆਂ ਉੱਤੇ ਬਹੁਤੀਆਂ ਸੱਟਾਂ ਸਨ। ਫਿਰ ਉਹ ਸਿੱਧੀ ਪੈ ਗਈ। ਪੱਟ, ਵੱਖੀਆਂ, ਮੋਢੇ, ਡੋਲੇ, ਬਾਹਾਂ ਤੇ ਮੱਥਾ ਉਹ ਪੂਰਾ ਘੰਟਾ ਬੈਠਾ ਸੇਕ ਦਿੰਦਾ ਰਿਹਾ। ਰੋੜੇ ਵਿੱਚ ਸੇਕ ਨਹੀਂ ਰਿਹਾ ਸੀ। ਸਰਦਾਰ ਉਹਦਾ ਅੰਗ ਅੰਗ ਉਹਨੂੰ ਅਸੀਸਾਂ ਦੇ ਰਿਹਾ ਸੀ। ਇਹਨਾਂ ਤੋਂ ਕੋਈ ਸਕਾ ਪੁੱਤ ਵੀ ਨਹੀਂ ਕਰਦਾ ਹੁੰਦਾ। ਅੱਧੀ ਬਾਟੀ ਦੁੱਧ ਦੀ ਪਿਆ ਦਿੱਤੀ ਸਰਦਾਰੋਂ ਨੂੰ, ਉੱਤੇ ਖੇਸ ਦੇ ਦਿੱਤਾ। ਕਹਿੰਦਾ, ਮੁੜਕਾ ਆ ਕੇ ਸਰੀਰ ਖੁੱਲ੍ਹ ਜੂ ਤੇਰਾ ਮਾਸੀ। ਅਗਲੇ ਦਿਨ ਆਥਣ ਨੂੰ ਵੱਡੀ ਕੁੜੀ ਕਰਮੋਂ ਆ ਗਈ, ਉਵੇਂ ਜਿਵੇਂ ਸਾਰਾ ਜਵਾਕ ਜੱਲਾ ਨਾਲ ਤੇ ਉਹਦਾ ਘਰ ਵਾਲਾ ਵੀ। ਉਹ ਆਪਣੀਆਂ ਸੱਜਰ ਸੂਈਆਂ 2 ਬੱਕਰੀਆਂ ਵੀ ਨਾਲ ਲੈ ਆਏ ਸਨ। ਅੱਧਾ ਘੰਟਾ ਬੀਤਣ ਬਾਅਦ ਦੁੱਲਾ ਕਰਮੋਂ ਨੂੰ ਅੱਡ ਲੈ ਕੇ ਬਹਿ ਗਿਆ। ਉਹਨੂੰ ਸਾਰੀ ਕਹਾਣੀ ਸੁਣਾਈ। ਪਿਓ ਧੀ ਦੀ ਬੁੱਕਲ ਖੁੱਲ੍ਹੀ ਸੀ। ਇਹ ਤੀਜਾ ਵਿਆਹ ਵੀ ਉਹਨੇ ਕਰਮੋਂ ਦੀ ਸਲਾਹ ਨਾਲ ਕਰਾਇਆ ਸੀ। ਪਿਓ ਨਾਲ ਉਹ ਸਾਰਾ ਦੁੱਖ ਸੁੱਖ ਕਰਦੀ। ਕਿੱਥੇ ਖੱਡੂ ਫਿਰ ਹੁਣ? ਕਰਮੋਂ ਨੇ ਪੁੱਛਿਆ। ਉਹਨੇ ਕੋਈ ਵਿਉਂਤ ਬਣਾ ਲਈ ਲੱਗਦੀ ਸੀ। ਵੱਡਿਆਂ ਕੋਲ ਹੈ, ਚੰਨੂ ਦੱਸਦਾ। ਉੱਧਰ ਦੀ ਉੱਧਰ ਤੁਰ ਗਿਆ ਸੀ। ਇਹ ਕਹਿੰਦਾ, ਆਪਾਂ ਉਹਦੇ ਕੋਲ ਚੰਨੂ ਨੂੰ ਤੋਰਦੇ ਆਂ ਤੜਕੇ ਹੀ, ਬਈ ਕਰਮੋਂ ਆਈ ਹੋਈ ਹੈ। ਕੁੜੀ ਨੇ ਆਖਿਆ, ਸੱਦ ਕੇ ਇੱਥੇ ਕੀ ਕਰੇਂਗੀ ਉਹਨੂੰ? ਮੇਰੀ ਡਾਂਗ ਸੋਟੀ ਨਾ ਹੋ ਜੇ ਉਹਦੇ ਨਾਲ। ਪਿਓ ਪੁੱਤ ਵੱਢ ਕੇ ਮਰ ਜੀਏ ਕਿਤੇ। ਨਹੀਂ ਬਾਪੂ, ਤੂੰ ਸਿਆਣਪ ਕਰ, ਚੁੱਪ ਹੋ ਜਾ ਬਸ। ਪੁੱਤ ਹੱਥੋਂ ਗਿਆ ਤਾਂ ਮਾੜਾ, ਇਹ ਹੱਥੋਂ ਗਈ ਤਾਂ ਮਾੜੀ। ਖੱਡੂ ਨੂੰ ਆ ਲੈਣ ਦੇ, ਫਿਰ ਮੈਂ ਜਾਊਂ ਗਿੱਦੜਬਹੇ। ਗਿੱਦੜਬਹੇ? ਹਾਂ, ਉੱਥੇ ਹੀ ਬੈਠੇ ਨੇ ਨਾ ਉਹ ਅੱਜ ਕੱਲ੍ਹ। ਹਾਂ, ਉੱਥੇ ਪੱਕਾ ਡੇਰਾ ਆ ਉਹਨਾਂ ਦਾ। ਖੱਡੂ ਆਥਣ ਨੂੰ ਚੰਨੂ ਨਾਲ ਆ ਗਿਆ। ਭੈਣ ਨੇ ਅੱਡ ਬੈਠ ਕੇ ਉਹਨੂੰ ਗੱਲਾਂ ਆਖੀਆਂ। ਉਹ ਸਭ ਸੁਣੀ ਗਿਆ, ਸਭ ਮੰਨੀ ਗਿਆ। ਅਗਲੇ ਦਿਨ ਇਕੱਲੀ ਹੀ ਕਰਮੋਂ ਗਿੱਦੜਬਹੇ ਨੂੰ ਤੁਰ ਪਈ। ਥੰਮਣ ਵਾਲੇ ਤੋਂ ਰੇਲਵੇ ਸਟੇਸ਼ਨ 7 ਮੀਲ ਵਾਟ ਸੀ। ਰਾਹ ਵਿੱਚ ਇੱਕ ਪਿੰਡ ਟਿੱਬਾ ਸੀ। ਬਸ ਥੰਮਣ ਵਾਲੇ ਤੋਂ ਟਿੱਬਾ 5 ਮੀਲ ਤੇ ਟਿੱਬੇ ਤੋਂ ਰੋਡੂ ਸ਼ਾਹ ਦਾ ਰੇਲਵੇ ਸਟੇਸ਼ਨ 2 ਮੀਲ ਅਗਾਂਹ ਸੀ। ਉਹ 7 ਮੀਲ ਪੈਰੀਂ ਤੁਰ ਕੇ ਗਈ। ਗੱਡੀ ਚੜ੍ਹ ਕੇ ਬਠਿੰਡੇ ਜਾ ਉਤਰੀ। ਬਠਿੰਡੇ ਤੋਂ ਫੇਰ ਗਿੱਦੜਬਹੇ ਪੁੱਛ ਕੇ ਬਾਜੀਗਰਾਂ ਦੇ ਡੇਰੇ ਪਹੁੰਚੀ। ਉੱਥੇ ਉਹਨਾਂ ਦੀਆਂ 10-12 ਕੁੱਲੀਆਂ ਸਨ। ਖੱਡੂ ਦੇ ਸਹੁਰੇ ਦਾ ਨਾਂ ਲਿਆ। ਸਾਹਮਣੇ ਹੀ ਸੀ ਬਾਂਤੂ ਬਾਜੀਗਰ ਦੀ ਕੁੱਲੀ। ਉਡਾਰ ਉਮਰ ਦੀਆਂ 2 ਕੁੜੀਆਂ ਕੁੱਲੀ ਤੋਂ ਬਾਹਰ ਬੈਠੀਆਂ ਸਨ, ਕੋਈ ਕੰਮ ਕਰਦੀਆਂ ਸਨ। ਬਾਂਤੂ ਤੇ ਉਹਦੀ ਘਰ ਵਾਲੀ ਕੁੱਲੀ ਵਿੱਚ ਨਹੀਂ ਸਨ। ਕੁੱਲੀ ਅੰਦਰ ਇੱਕ ਜਵਾਨ ਮੁੰਡਾ ਸਿਲਵਰ ਦੇ ਕੌਲੇ ਵਿੱਚ ਖੱਟੀ ਲੱਸੀ ਪਾ ਕੇ ਬੈਠਾ ਲਾਲ ਮਿਰਚ ਦੇ ਅਚਾਰ ਨਾਲ ਰੋਟੀ ਖਾ ਰਿਹਾ ਸੀ। ਉਹਨੇ ਮੁੰਡੇ ਨੂੰ ਦੱਸਿਆ ਕਿ ਉਹ ਥੰਮਣ ਵਾਲੇ ਤੋਂ ਆਈ ਹੈ, ਦੁੱਲੇ ਦੀ ਕੁੜੀ। ਬਾਹਰ ਬੈਠੀਆਂ ਕੁੜੀਆਂ ਨੇ ਕੰਨ ਚੁੱਕ ਲਏ। ਥੰਮਣ ਵਾਲੇ ਦਾ ਨਾਂ ਸੁਣ ਕੇ ਉਹਨਾਂ ਦੇ ਕਾਲਜੇ ਬੁੜਕਣ ਲੱਗੇ। ਉਹ ਇੱਕ ਦੂਜੀ ਵੱਲ ਝਾਕੀਆਂ। ਉਹਨਾਂ ਦੀਆਂ ਅੱਖਾਂ ਵਿੱਚ ਚੰਗਿਆੜੇ ਮੱਚ ਰਹੇ ਸਨ। ਉਹਨਾਂ ਦੇ ਮਾਂ ਪਿਓ ਥੰਮਣ ਵਾਲੇ ਦੀਆਂ ਨਿੱਤ ਗੱਲਾਂ ਕਰਦੇ ਸਨ। ਕਰਮੋਂ ਨੇ ਅੰਦਾਜ਼ਾ ਲਾਇਆ, ਇਹੀ ਉਹ 2 ਕੁੜੀਆਂ ਹਨ ਜਿਨ੍ਹਾਂ ਨੇ ਉਹਦੇ ਪਿਓ ਦੀਆਂ ਨੂੰਹਾਂ ਬਣ ਕੇ ਥੰਮਣ ਵਾਲੇ ਜਾਣਾ ਹੈ। ਬਾਂਤੂ ਤੇ ਉਹਦੇ ਘਰ ਵਾਲੀ ਆਥਣ ਤੱਕ ਨਹੀਂ ਮੁੜੇ। ਮੁੰਡੇ ਦੇ ਪੈਰ ਉੱਤੇ ਸੱਟ ਲੱਗੀ ਹੋਈ ਸੀ। ਪੈਰ ਸੁੱਜ ਕੇ ਪਾਥੜਾ ਬਣਿਆ ਪਿਆ ਸੀ। ਤੁਰਨਾ ਤਾਂ ਕੀ, ਲੱਤ ਮਸਾਂ ਹਿਲਦੀ। ਕੁੜੀਆਂ ਨੇ ਰੋਟੀਆਂ ਪਕਾਈਆਂ, ਤੰਦੂਰ ਦੀਆਂ ਰੋਟੀਆਂ, ਖੱਟੀ ਲੱਸੀ ਪਈ ਸੀ, ਕੜੀ ਬਣਾ ਲਈ। ਉਹ ਸਾਰਾ ਜ਼ੋਰ ਲਾ ਰਹੀਆਂ ਸਨ ਕਿਤੇ ਉਹਨਾਂ ਦੀ ਨਣਦ ਰੋਟੀ ਨੂੰ ਨਿੰਦ ਨਾ ਦੇਵੇ। ਉਸ ਰਾਤ ਕਰਮੋਂ ਨੂੰ ਉੱਥੇ ਹੀ ਰਹਿਣਾ ਪਿਆ। ਕੁੜੀਆਂ ਦੇ ਮਾਂ ਪਿਓ ਆਏ ਤਾਂ ਇਹ ਜਾਣ ਕੇ ਬਹੁਤ ਖੁਸ਼ ਸਨ ਕਿ ਦੁੱਲੇ ਦੀ ਧੀ ਆਈ ਹੈ। ਕਰਮੋਂ ਨੇ ਬਣਾ ਸੰਵਾਰ ਕੇ ਗੱਲ ਤੋਰੀ। ਆਖੇ ਮੁੰਡਿਆਂ ਦੀ ਮਤੇਰ ਨਾਲ ਬਣਦੀ ਨਹੀਂ, ਉਹਦਾ ਪਿਓ ਦੁਖੀ ਰਹਿੰਦਾ, ਵਿਆਹ ਦੀ ਤਰੀਕ ਦਿਓ। ਮਾਂ ਕਹਿੰਦੀ, ਅਸੀਂ ਤਾਂ ਧੀਏ ਪਹਿਲਾਂ ਤਿਆਰ ਆਂ, ਬਈ ਕੋਈ ਸੁਨੇਹਾ ਆਵੇ ਤੇ ਕਾਰਜ ਰਚਾਈਏ। 20 ਦਿਨਾਂ ਦਾ ਵਿਆਹ ਦੇ ਦਿੱਤਾ ਦੋਵਾਂ ਕੁੜੀਆਂ ਦਾ। ਉਹਨਾਂ ਨੇ ਬਰਾਦਰੀ ਦੇ ਬੰਦੇ ਵੀ ਸੱਦ ਲਏ ਸਨ। ਦੋਵੇਂ ਕੁੜੀਆਂ ਕਰਮੋਂ ਦੇ ਸਹੁਰਿਆਂ ਵੱਲੋਂ ਵਿੱਚ ਪੈ ਕੇ ਥੰਮਣ ਵਾਲੇ ਮੰਗੀਆਂ ਗਈਆਂ ਸਨ। ਕਈ ਵਰ੍ਹੇ ਹੋ ਗਏ ਸਨ। ਉਦੋਂ ਤਾਂ ਕੁੜੀਆਂ ਬਹੁਤ ਛੋਟੀਆਂ ਸਨ। ਉੱਧਰ ਮੁੰਡੇ ਵੀ ਉੱਠਦੀ ਜਵਾਨੀ ਵਿੱਚ ਸਨ। ਬੰਨੀ ਹੋਈ ਤਰੀਕ ਵਾਲੇ ਦਿਨ ਦੁੱਲਾ ਦੋਵੇਂ ਮੁੰਡਿਆਂ ਨੂੰ ਲੈ ਕੇ ਗਿੱਦੜਬਹੇ ਗਿਆ। ਨਾਲ ਬਰਾਦਰੀ ਦੇ ਹੋਰ ਬੰਦੇ ਵੀ ਸਨ, ਦੋਵੇਂ ਜਵਾਈ ਤੇ ਕੁੜੀਆਂ, ਉਹਨਾਂ ਦਾ ਨਿੱਕਾ ਨਿਆਣਾ ਵੀ। ਵੱਡੇ ਦੋਵੇਂ ਵੀ ਆਏ ਸਨ। ਰੱਜ ਕੇ ਸ਼ਰਾਬਾਂ ਪੀਤੀਆਂ ਗਈਆਂ। ਗਿੱਦੜਬਹੇ ਵਾਲਿਆਂ ਨੇ ਬੱਕਰਾ ਵੱਢਿਆ ਸੀ। ਵਿਆਹ ਤੋਂ 10 ਦਿਨ ਪਹਿਲਾਂ ਕਰਮੋਂ ਸਮਝਾ ਬੁਝਾ ਕੇ ਸਰਦਾਰੋਂ ਨੂੰ ਅਬੋਹਰ ਛੱਡ ਆਈ ਸੀ। ਉਹ ਕਰਮੋਂ ਦੀ ਗੱਲ ਮੰਨ ਲੈਂਦੀ।